ਹੈਲੋ ਸਟੂਡੈਂਟਸ, ਕੀ ਹਾਲ ਹੈ ਜੀ ਸਾਰਿਆਂ ਦਾ। ਉਮੀਦ ਹੈ ਤੁਸੀਂ ਸਾਰੇ ਠੀਕ ਹੋ ਤੇ ਆਪਣੀ ਪੜ੍ਹਾਈ ਮਨ ਲਗਾ ਕੇ ਕਰ ਰਹੇ ਹੋ। ਤੇ ਅੱਜ 5th ਕਲਾਸ ਮੈਥ ਦਾ ਜੋ ਅਸੀਂ ਚੈਪਟਰ ਕਰਨ ਜਾ ਰਹੇ ਹਾਂ ਉਹ ਸੈਕੰਡ ਚੈਪਟਰ ਹੈ ਜੀ, ਆਪਣਾ ਦੂਸਰਾ ਅਧਿਆਇ ਹੈ। ਇਹ ਅਭਿਆਸ ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ ਬਾਰੇ ਹੈ। ਮੁੱਢਲੀਆਂ ਕਿਰਿਆਵਾਂ ਮਤਲਬ ਜਿੱਦਾਂ ਜੋੜ, ਘਟਾਓ, ਗੁਣਾ, ਭਾਗ ਇਹ ਕਰਦੇ ਹੁੰਦੇ ਨਾ ਆਪਾਂ, ਠੀਕ ਹੈ। ਇਹ ਸੰਖਿਆਵਾਂ ਤੇ ਹੁੰਦੀਆਂ ਨੇ, ਤਾਂ ਇਹ ਮੁੱਢਲੀਆਂ ਕਿਰਿਆਵਾਂ ਨੇ ਸੰਖਿਆਵਾਂ ਦੀਆਂ, ਜੋੜ, ਘਟਾਓ, ਗੁਣਾ, ਭਾਗ। ਇਸ ਚੈਪਟਰ ਦੇ ਵਿੱਚ ਇਹ ਹੈ। ਤਾਂ ਸ਼ੁਰੂ ਕਰਦੇ ਹਾਂ ਜੀ ਆਪਾਂ ਅਭਿਆਸ 2.1। ਅਭਿਆਸ 2.1 ਦਾ ਜਿਹੜਾ ਪਹਿਲਾ ਸਵਾਲ ਹੈ ਤੁਹਾਡੀ ਸਕਰੀਨ ਤੇ ਆ ਰਿਹਾ, ਠੀਕ ਹੈ। ਇਹਦੇ ਵਿੱਚ ਲਿਖਿਆ ਹੋਇਆ ਹੈ ਹੱਲ ਕਰੋ। ਤੁਸੀਂ ਇਸ ਦਾ ਚਿੰਨ੍ਹ ਦੇਖਣਾ ਹੈ, ਠੀਕ ਹੈ। ਤੇ ਪਿਛਲੀਆਂ ਕਲਾਸਾਂ ਦੇ ਵਿੱਚ ਤੁਸੀਂ ਬਾਖੂਬੀ ਕਰਕੇ ਆਏ ਹੋ ਜੋੜ ਘਟਾਓ, ਠੀਕ ਹੈ। ਤਾਂ ਇਹਦੇ ਵਿੱਚ ਜੋੜ ਤੇ ਘਟਾਓ ਦਾ ਚਿੰਨ੍ਹ ਹੈ, ਠੀਕ ਹੈ। ਉਹ ਚਿੰਨ੍ਹ ਦੇਖ ਕੇ ਹੀ ਅਸੀਂ ਸਵਾਲ ਹੱਲ ਕਰਨਾ ਹੈ। ਤਾਂ ਇਹ ਸਵਾਲ ਹੱਲ ਕਿੱਦਾਂ ਕਰਨਾ, ਜਿੱਦਾਂ ਆਪਣਾ ਟ੍ਰੈਡੀਸ਼ਨਲ ਮੈਥਡ ਹੈ, ਠੀਕ ਹੈ। ਇੱਕ ਰਕਮ ਉੱਪਰ ਲਿਖ ਲਈਦੀ ਹੈ, ਦੂਸਰੀ ਰਕਮ ਉਸ ਦੇ ਨੀਚੇ ਹੀ ਲਿਖੀ ਜਾਂਦੀ ਹੈ, ਠੀਕ ਹੈ। ਤੇ ਉਸ ਤੋਂ ਬਾਅਦ ਉਹਨਾਂ ਦਾ ਜੋੜ ਕਰ ਦਿੱਤਾ ਜਾਂਦਾ ਹੈ, ਠੀਕ ਹੈ। ਜਿਵੇਂ ਆਪਾਂ ਅਕਸਰ ਕਲਾਸ ਦੇ ਵਿੱਚ ਪਹਿਲਾਂ ਕਰਦੇ ਰਹੇ ਹਾਂ 4th ਕਲਾਸ ਤੱਕ। ਤਾਂ ਇਹਦੇ ਲਈ ਮੇਰਾ ਖਿਆਲ ਹੈ ਆਪਾਂ ਨੂੰ ਦੱਸਣ ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਹੈਗੀ, ਠੀਕ ਹੈ। ਤਾਂ ਇਹਦਾ ਸਿੰਪਲ ਜੋੜ ਹੈ, ਉਹ ਤੁਸੀਂ ਕਰ ਲਓਗੇ ਬੇਟਾ ਆਪਣੇ ਆਪ, ਹੈ ਨਾ। ਤਾਂ ਪਹਿਲਾ ਸਵਾਲ ਹੈ ਤੁਹਾਡਾ 6574, ਇਹਦੇ ਵਿੱਚ ਜੋੜਨਾ ਹੈ 5502, ਠੀਕ ਹੈ ਜੀ। ਇਸੇ ਤਰ੍ਹਾਂ ਹੀ ਇਸੇ ਲੜੀ ਦਾ ਦੂਸਰਾ ਸਵਾਲ ਹੈ ਆਪਣੇ ਕੋਲੇ, ਹੱਲ ਕਰੋ। ਉਹ ਵੀ ਸੇਮ ਹੈ, ਉਹਦੇ ਵਿੱਚ ਆਪਾਂ ਨੂੰ ਕੀ ਦਿੱਤਾ, ਇੱਕ ਰਕਮ ਹੋਰ ਵਧਾ ਕੇ ਦਿੱਤੀ। ਕੁਝ ਸਵਾਲ 3 ਰਕਮਾਂ ਦੇ ਨੇ, 3 ਸੰਖਿਆਵਾਂ ਨੇ, ਉਹਨਾਂ ਦਾ ਜੋੜ ਕਰਨਾ, ਠੀਕ ਹੈ। ਤੇ ਘਟਾਓ ਤਾਂ ਦੇਖੋ ਹਮੇਸ਼ਾ 2 ਸੰਖਿਆਵਾਂ ਦਾ ਹੀ ਹੋਣਾ। ਤਾਂ ਇਹਦੇ ਵਿੱਚ ਆਪਣੇ ਕੋਲ ਵੱਧ ਤੋਂ ਵੱਧ 5 ਅੰਕਾਂ ਦੀਆਂ ਸੰਖਿਆਵਾਂ ਦਿੱਤੀਆਂ ਹੋਈਆਂ ਨੇ, ਉਹਨਾਂ ਦਾ ਜੋੜ ਤੇ ਘਟਾਓ ਕਰਨਾ ਹੈ, ਠੀਕ ਹੈ। ਇਹ ਵੀ ਤੁਸੀਂ ਆਪਣੇ ਆਪ ਕਰਕੇ ਦੇਖਣਾ। ਸਕਰੀਨ ਤੇ ਤੁਹਾਡੇ ਸਾਰੇ ਸਵਾਲ ਆ ਰਹੇ ਨੇਗੇ, ਠੀਕ ਹੈ। ਇੱਥੇ ਪੌਜ਼ ਕਰ ਲਓ ਤੇ ਇੱਕੋ ਇੱਕ ਸਵਾਲ ਕਰਕੇ ਦੇਖੋ, ਖੁਦ ਹੱਲ ਕਰਕੇ ਦੇਖੋ। ਤੇ ਤੀਸਰਾ ਸਵਾਲ ਹੈ ਜਿਹੜਾ, ਉਹ ਆਪਾਂ ਨੇ ਪੜਤਾਲ ਕਰਨੀ ਹੈ। ਪੜਤਾਲ ਕਿਸ ਤਰ੍ਹਾਂ ਕਰਨੀ ਹੈ ਦੇਖੋ, ਇਹ ਮੈਂ ਸਮਝਾ ਦਿੰਦਾ। ਇਹਦਾ ਇਹ ਸਵਾਲ ਆਪਾਂ ਲੈ ਲੈਂਦੇ ਹਾਂ, ਤੀਸਰੇ ਸਵਾਲ ਦਾ ਇਹ ਸਵਾਲ, ਠੀਕ ਹੈ। ਤੀਸਰੇ ਸਵਾਲ ਦੇ ਵਿੱਚ ਕੀ ਹੈ, 98920, ਠੀਕ ਹੈ। 98920 ਮਾਈਨਸ 12334, ਠੀਕ ਹੈ। ਆਪਾਂ ਨੂੰ ਇਹ ਸਵਾਲ ਦਿੱਤਾ ਹੋਇਆ। ਤਾਂ ਆਪਾਂ ਪਹਿਲਾਂ ਸਿੰਪਲ ਟ੍ਰੈਡੀਸ਼ਨਲ ਮੈਥਡ ਨਾਲ ਵੱਡੀ ਰਕਮ ਨੂੰ ਉੱਪਰ ਲਿਖ ਕੇ ਛੋਟੀ ਰਕਮ ਨੂੰ ਨੀਚੇ ਲਿਖ ਕੇ ਦਾ ਘਟਾਓ ਜਿਹੜਾ ਉਹ ਕਰ ਲਾਂਗੇ, ਠੀਕ ਹੈ। 9 8 9 2 1, ਜਿਹੜਾ ਆ 4 ਹੈ ਇਹ 0 ਦੇ ਨੀਚੇ ਲਿਖਿਆ ਜਾਣਾ, 3 2 ਦੇ ਨੀਚੇ ਲਿਖਿਆ ਜਾਣਾ, ਦੂਸਰਾ 3 9 ਦੇ ਨੀਚੇ ਲਿਖਿਆ ਜਾਣਾ, 2 8 ਦੇ ਨੀਚੇ ਲਿਖਿਆ ਜਾਣਾ, ਤੇ 9 1 ਦੇ ਨੀਚੇ ਲਿਖਿਆ ਜਾਣਾ। ਇੱਥੇ ਆਪਾਂ ਸਾਈਨ ਪਾ ਦਾਂਗੇ ਮਾਈਨਸ ਦਾ, ਠੀਕ ਹੈ। ਉਸ ਤੋਂ ਬਾਅਦ ਆਪਾਂ ਇਹ ਸਾਈਨ ਪਾ ਲੈਂਦੇ ਹੁੰਦੇ ਹਾਂ। ਤਾਂ ਇੱਧਰੋਂ, ਠੀਕ ਹੈ, ਸੱਜੇ ਹੱਥ ਤੋਂ ਆਪਾਂ ਹਮੇਸ਼ਾ ਜੋੜ ਕਰਨਾ ਸ਼ੁਰੂ ਕਰਦੇ ਹੁੰਦੇ ਹਾਂ ਜਾਂ ਘਟਾਓ ਕਰਨਾ ਸ਼ੁਰੂ ਕਰਦੇ ਹੁੰਦੇ ਹਾਂ। ਜਿਵੇਂ ਇੱਥੇ ਆਪਾਂ ਨੇ ਘਟਾਓ ਕਰਨਾ, ਠੀਕ ਹੈ। ਤਾਂ ਇੱਥੇ 0 ਹੈ ਜੀ, 0 ਛੋਟੀ ਹੈ 4 ਤੋਂ, ਠੀਕ ਹੈ। ਇਹਦਾ ਮਤਲਬ ਇਹਨੂੰ ਘਟਾ ਨਹੀਂ ਸਕਦੀ। ਤਾਂ ਇਹ ਕਿੱਥੇ ਗਈ, ਗੁਆਂਢੀ ਦੇ ਘਰ, ਕਹਿੰਦੀ ਮੈਨੂੰ ਥੋੜ੍ਹੇ ਜਿਹੇ ਕੋਈ ਹਸਲ ਵਗੈਰਾ ਦੇ ਦਿਓ ਤਾਂ ਕਿ ਮੈਂ ਜਾ ਕੇ ਉਹਨਾਂ ਦੇ ਕੁਝ ਮੋੜ ਦੇਵਾਂ। ਤਾਂ ਜੀ ਗੁਆਂਢੀ ਨੇ ਕੀ ਕੀਤਾ, 2 ਗੁਆਂਢੀ ਸੀ, ਤਾਂ ਇਹਨੇ ਕੀ ਕੀਤਾ, ਇਹਨੂੰ 1 ਹਸਲ ਦਿੱਤੀ, ਜਿਹੜੀ ਉਹਦਾ 1 2 ਦਹਾਈ ਦੇ ਸਥਾਨ ਤੇ ਹੈ ਨਾ, ਇਹਦਾ ਮਤਲਬ 10 ਬਣ ਗਿਆ। ਆਪਦੇ ਵੱਲੋਂ ਉਹਨਾਂ ਨੇ 10 ਦੇਤੇ, ਠੀਕ ਹੈ ਨਾ। ਤਾਂ 10 ਦੇਤੇ, ਤਾਂ ਇੱਥੇ ਕੀ ਬਣ ਗਿਆ ਆਪਣਾ 10। ਇਹਨੂੰ ਆਪਾਂ ਕੀ ਕਰ ਲਾਂਗੇ, ਗੋਲ ਦੇ ਵਿੱਚ ਪਾ ਲਾਂਗੇ, ਠੀਕ ਹੈ। ਤਾਂ 10 ਦੇ ਵਿੱਚੋਂ ਹੁਣ ਆਪਾਂ 4 ਘਟਾਵਾਂਗੇ। 10 ਚੋਂ 4 ਘਟਾਈ 5th ਕਲਾਸ ਦੇ ਵਿੱਚੋਂ ਤੁਸੀਂ ਸਿੱਧਾ ਦੱਸ ਸਕਦੇ ਹੋ 6, ਠੀਕ ਹੈ। ਤਾਂ ਉਸ ਤੋਂ ਬਾਅਦ ਇੱਥੇ ਕੀ ਸੀ, 1, ਕਿਉਂਕਿ ਇਹਨੂੰ ਆਪਾਂ ਕੱਟਣਾ ਹੀ, ਕਿਉਂਕਿ ਇਹਨੇ ਆਪਦਾ 1 ਇੱਧਰ ਦਿੱਤਾ ਸੀ, ਠੀਕ ਹੈ। ਹੁਣ ਇੱਥੇ ਰਹਿ ਗਿਆ 1 ਹੁਣ 3 ਨੂੰ ਨਹੀਂ ਘਟਾ ਸਕਦਾ, ਠੀਕ ਹੈ। ਤਾਂ ਇਹ ਵੀ ਗਿਆ ਗੁਆਂਢੀ ਦੇ ਘਰ, ਇਹਨੂੰ ਬਣਾਤਾ 8 ਤੇ ਆਪ ਕੀ ਬਣ ਗਿਆ 11, ਠੀਕ ਹੈ। ਤਾਂ ਹੁਣ 11 ਦੇ ਵਿੱਚੋਂ ਆਪਾਂ ਨੇ 3 ਘਟਾਉਣੇ ਨੇ। ਤਾਂ 11 ਦੇ ਵਿੱਚੋਂ 3 ਘਟਾਏ 8, ਠੀਕ ਹੈ। ਤਾਂ ਇੱਧਰ 8 ਤੇ ਇੱਧਰ 3, ਹੁਣ 8 ਤੇ 3, ਇਹਦੇ ਵਿੱਚੋਂ 8 ਵੱਡਾ ਹੈ ਨਾ, 8 ਤਾਂ 3 ਨੂੰ ਘਟਾਈ ਦੇਗਾ, ਠੀਕ ਹੈ। 8 ਦੇ ਵਿੱਚੋਂ 3 ਘਟਾਏ ਤਾਂ ਇਹ ਕਿੰਨੇ ਰਹਿ ਗਏ ਜੀ, 5। ਤਾਂ ਉਸ ਤੋਂ ਬਾਅਦ ਅਗਲਾ 8 8 ਚੋਂ 2 ਘਟਾਏ 6, 9 ਚੋਂ 1 ਘਟਾਇਆ 8, ਜਾਨੀ 98920 ਦੇ ਵਿੱਚੋਂ 12334 ਘਟਾਉਣ ਤੇ ਸਾਨੂੰ 86586 ਰਕਮ ਮਿਲਦੀ ਹੈ, ਠੀਕ ਹੈ। ਹੁਣ ਇਹਦੀ ਪੜਤਾਲ ਕਿਵੇਂ ਕਰਨੀ ਹੈ, ਅਸਲ 'ਚ ਗੱਲ ਇਹ ਹੈ ਵੀ ਪੜਤਾਲ ਕਰੋ, ਉਹਨਾਂ ਨੇ ਕਿਹਾ ਨਾ, ਠੀਕ ਹੈ। ਤਾਂ ਆਪਾਂ ਨੇ ਪੜਤਾਲ ਕਿਵੇਂ ਕਰਨੀ ਹੈ, ਤਾਂ ਪੜਤਾਲ ਕਰਨ ਦੇ ਲਈ ਆਪਾਂ 86586 ਉੱਪਰ ਲਿਖ ਲਓ, ਠੀਕ ਹੈ। ਤੇ ਇਹਨਾਂ ਦੇ ਵਿੱਚੋਂ ਜਿਹੜੀ ਆਹ ਵਾਲੀ ਰਕਮ ਹੈ, ਠੀਕ ਹੈ,
12334, ठीक है, ਇਹਦੇ ਵਿੱਚ ਜੋੜ ਦਿਓ, ਠੀਕ ਹੈ। ਤਾਂ ਇਹ ਜੋੜ ਕੇ ਦੇਖੋ ਵੀ ਇਹਦੇ ਵਿੱਚ ਜੋੜਨ ਤੇ ਆ ਪ੍ਰਾਪਤ ਹੁੰਦੀ ਹੈ, ਉੱਪਰਲੀ ਰਕਮ ਪ੍ਰਾਪਤ ਹੁੰਦੀ ਹੈ ਆਪਾਂ ਨੂੰ। ਜੇ ਤਾਂ ਉੱਪਰਲੀ ਰਕਮ ਪ੍ਰਾਪਤ ਹੁੰਦੀ ਹੈ, ਠੀਕ ਹੈ, ਤਾਂ ਆਪਣਾ ਸਵਾਲ ਬਿਲਕੁਲ ਠੀਕ ਹੈ, ਇਹਦੀ ਪੜਤਾਲ ਹੋ ਜਾਣੀ ਹੈ। ਤਾਂ ਆਪਾਂ ਦੇਖੋ ਕਰਕੇ ਦੇਖਦੇ ਹਾਂ। 6 4 10 ਹਾਸਲ ਪੈ ਗਈ 1, 8 ਤੇ 1 9, 9 ਤੇ 3 12, ਠੀਕ ਹੈ, ਹਾਸਲ ਫਿਰ 1 ਪੈ ਗਈ, ਠੀਕ ਹੈ। ਪਿਛਲੀ ਹਾਸਲ ਨੂੰ ਮੈਂ ਕੱਟਦਾ ਜਾਣਾ। 5 ਤੇ 1 6, 6 ਤੇ 3 9, ਠੀਕ ਹੈ। ਤਾਂ ਅੱਗੇ ਆ 6 ਤੇ 2 8, 8 ਤੇ 1 9। ਦੇਖੋ ਜੀ ਇਹ ਪਹਿਲੀ ਰਕਮ ਆਪਾਂ ਨੂੰ ਪ੍ਰਾਪਤ ਹੋ ਗਈ ਜਾਂ ਨਹੀਂ? 98920 ਆਪਣੀ ਇਹੀ ਪਹਿਲੀ ਰਕਮ ਸੀ, 98920, ਠੀਕ ਹੈ। ਤਾਂ ਇਸ ਤਰ੍ਹਾਂ ਆਪਣੀ ਪੜਤਾਲ ਹੈ ਜਿਹੜੀ ਉਹ ਕੰਪਲੀਟ ਹੋ ਗਈ। ਆਪਾਂ ਨੂੰ ਪਤਾ ਲੱਗ ਗਿਆ ਕਿ ਇਹ ਸਵਾਲ ਆਪਣਾ ਠੀਕ ਹੋਇਆ। ਇਸ ਤਰ੍ਹਾਂ ਆਪਾਂ ਪੜਤਾਲ ਕਰਨੀ ਹੈ, ਠੀਕ ਹੈ। ਆਪਾਂ ਕੀ ਕਰਨਾ ਹੈ, ਮੈਂ ਦੁਬਾਰਾ ਬੋਲ ਦਿੰਦਾ, ਠੀਕ ਹੈ। ਵੱਡੀ ਸੰਖਿਆ ਉੱਪਰ ਲਿਖਾਂਗੇ, ਛੋਟੀ ਸੰਖਿਆ ਉਸ ਦੇ ਵਿੱਚੋਂ ਘਟਾਵਾਂਗੇ, ਜਿਹੜਾ ਆਨਸਰ ਪ੍ਰਾਪਤ ਹੋਊਗਾ ਉਹਨੂੰ ਉੱਪਰ ਲਿਖ ਲਾਂਗੇ, ਅੰਤਰ ਨੂੰ ਜਿਹੜਾ ਦੋਨਾਂ ਦਾ ਅੰਤਰ ਸੀਗਾ, ਠੀਕ ਹੈ, ਉਹਨੂੰ ਉੱਪਰ ਲਿਖ ਲਾਂਗੇ ਤੇ ਉਹਦੇ ਵਿੱਚ ਛੋਟੀ ਰਕਮ ਹੈ ਜਿਹੜੀ ਉਹ ਜੋੜ ਦੇਵਾਂਗੇ, ਠੀਕ ਹੈ। ਤੇ ਜਿਹੜਾ ਆਨਸਰ ਪ੍ਰਾਪਤ ਹੋਊਗਾ ਆਪਾਂ ਨੇ ਇਹ ਦੇਖਣਾ ਕਿ ਉਹ ਵੱਡੀ ਰਕਮ ਦੇ ਬਰਾਬਰ ਹੈ, ਠੀਕ ਹੈ ਜੀ। ਇਸ ਤਰ੍ਹਾਂ ਇਹਦੀ ਪੜਤਾਲ ਕਰਨੀ ਹੈ। ਹਾਂਜੀ, ਅਭਿਆਸ 2.1 ਇੱਥੋਂ ਤੱਕ ਹੀ ਸੀ, ਠੀਕ ਹੈ। ਤੇ ਅਭਿਆਸ 2.2 ਦੇਖਦੇ ਹਾਂ ਹੁਣ ਇਹਦੇ ਵਿੱਚ ਕੀ ਹੈ, ਠੀਕ ਹੈ। ਅਭਿਆਸ 2.2 ਦਾ ਜਿਹੜਾ ਪਹਿਲਾ ਸਵਾਲ ਹੈ ਤੁਹਾਡੀ ਸਕਰੀਨ ਤੇ ਆ ਰਿਹਾ, ਠੀਕ ਹੈ। ਇਹਦੇ ਵਿੱਚ ਤੁਸੀਂ ਦੇਖੋ ਪਹਿਲੇ ਸਵਾਲ ਦੇ ਵਿੱਚ ਕੀ ਹੈ, ਕਹਿੰਦੇ ਸਟਾਰ ਦੀ ਥਾਂ ਤੇ ਸੰਖਿਆ ਭਰੋ। ਆਪਾਂ ਨੂੰ ਕੁਝ ਸਟਾਰ ਲਗਾ ਕੇ ਦਿੱਤੇ ਉਹਨੇ ਸਵਾਲ ਦੇ ਵਿੱਚ, ਆਪਾਂ ਨੇ ਉਹਨਾਂ ਦੀ ਜਗ੍ਹਾ ਤੇ ਸੰਖਿਆ ਭਰਨੀ ਹੈ। ਤੁਸੀਂ ਕੀ ਕਰਨਾ ਹੈ, ਆਪਦੀ ਕਾਪੀ ਦੇ ਉੱਤੇ ਨਾ, ਠੀਕ ਹੈ, ਇਹੀ ਸਵਾਲ ਐਜ਼ ਇਟ ਇਜ਼ ਲਿਖ ਲੈਣਾ ਹੈ। ਮੈਂ ਇਹ ਸਵਾਲ ਕਰਦਾ, ਠੀਕ ਹੈ, ਇਸ ਲੜੀ ਦਾ ਪਹਿਲੇ ਦਾ ਇਹਦੇ ਵਿੱਚ ਆਪਾਂ ਨੇ ਕੀ ਕਰਨਾ ਹੈ, ਪਹਿਲਾਂ ਰਕਮ ਲਿਖ ਲੈਣੀ ਹੈ, ਠੀਕ ਹੈ। ਪਰ ਜਿੱਥੇ ਸਟਾਰ ਪਾਏ ਆ ਉਹਨਾਂ ਨੇ ਉਸ ਜਗ੍ਹਾ ਤੇ ਤੁਸੀਂ ਬਾਕਸ ਪਾ ਦਿਓ, ਠੀਕ ਹੈ। ਆਨਸਰ ਦੇ ਵਿੱਚ ਵੀ ਜਿੱਥੇ ਸਟਾਰ ਪਾਏ ਉੱਥੇ ਆਪਾਂ ਬਾਕਸ ਪਾ ਲਾਂਗੇ, ਠੀਕ ਹੈ, ਤਾਂ ਕਿ ਆਪਾਂ ਨੂੰ ਬਾਕਸ ਦੇ ਵਿੱਚ ਡਿਜਿਟ ਲਿਖਣਾ ਸੌਖਾ ਹੋ ਜੇ। ਚਲੋ ਜੀ, ਤਾਂ ਇਸ ਤਰ੍ਹਾਂ ਆਪਾਂ ਰਕਮ ਲਿਖ ਲਾਂਗੇ। ਉਸ ਤੋਂ ਬਾਅਦ ਆਪਾਂ ਨੇ ਆਪਰੇਸ਼ਨ ਕਿਸ ਤੇ ਕਰਨਾ ਹੈ, ਇਹਦੀ ਨਿਸ਼ਾਨੀ ਦੇਖਣੀ ਹੈ, ਚਿੰਨ੍ਹ ਦੇਖਣਾ ਹੈ, ਠੀਕ ਹੈ, ਕਿ ਉਹ ਜੋੜ ਹੈ ਜਾਂ ਘਟਾ ਹੈ। ਤਾਂ ਆਪਾਂ ਉਸੇ ਤਰ੍ਹਾਂ ਹੀ ਜਿਵੇਂ ਜੋੜ ਦੇ ਵਿੱਚ ਕਰਦੇ ਹੁੰਦੇ ਸੀ ਉਸੇ ਤਰ੍ਹਾਂ ਹੀ ਇਹ ਹੱਲ ਕਰ ਲਾਂਗੇ। ਤਾਂ 9 ਨੂੰ ਆਪਾਂ ਨੇ 8 ਬਣਾਉਣਾ ਹੈ, ਇਹ 9 ਦੇ ਵਿੱਚ ਕੁਝ ਜੋੜ ਕੇ 8 ਯਾਨੀ 18 ਬਣਾਉਣਾ ਹੈ। ਸੋਚ ਕੇ ਦੇਖੋ ਵੀ 8 ਤਾਂ ਹੀ ਆਊਗਾ ਨਾ ਜੇ 9 ਤੋਂ ਅੱਗੇ 18 ਤੱਕ ਆਪਾਂ ਸੰਖਿਆ ਲੈ ਕੇ ਆਵਾਂਗੇ, ਠੀਕ ਹੈ। ਤਾਂ 9 ਦੇ ਵਿੱਚ ਕਿੰਨੇ ਜੋੜੀਏ ਕਿ 18 ਬਣ ਜੇ? ਤਾਂ ਆਪਾਂ ਨੂੰ ਸਾਫ਼ ਪਤਾ ਜੀ ਕਿ 9 ਦੇ ਵਿੱਚ 9 ਜੋੜ ਕੇ 18 ਬਣ ਜਾਂਦੇ ਆ। ਤਾਂ 9 ਦੇ ਵਿੱਚ 9 ਜੋੜ ਕੇ 18 ਬਣੇ ਤੇ ਉਹਦੀ ਇੱਕ ਹਾਸਲ ਪੈ ਗਈ, ਉਹ ਆਪਾਂ ਉੱਪਰ ਲਿਖ ਲਾਂਗੇ, ਠੀਕ ਹੈ। ਤਾਂ 6 ਤੇ 1 7, 7 ਤੇ 3 10, 10 ਦੀ 0 ਪਾਵਾਂਗੇ ਜੀ, ਠੀਕ ਹੈ। ਤਾਂ ਹਾਸਲ ਆਪਾਂ ਉੱਪਰ ਲਿਖ ਲਾਂਗੇ, ਇੱਧਰਲੀ ਹਾਸਲ ਨੂੰ ਕੱਟ ਦਾਂਗੇ, ਠੀਕ ਹੈ। 1 ਦੇ ਵਿੱਚ 5 ਜੋੜੇ 6, 6 ਦੇ ਵਿੱਚ ਕਿੰਨੇ ਜੋੜੀਏ ਕਿ 9 ਬਣ ਜੇ? ਤਾਂ 6 ਦੇ ਵਿੱਚ 3 ਜੋੜ ਕੇ 9 ਬਣ ਜਾਂਦਾ। ਅਗਲਾ ਵੀ ਇਹੀ ਆਪਰੇਸ਼ਨ ਹੈ, 6 ਦੇ ਵਿੱਚ ਕਿੰਨੇ ਜੋੜੀਏ ਵੀ 9 ਬਣ ਜੇ, ਫਿਰ ਆਪਾਂ ਉਹੀ ਗੱਲ ਕਰ ਦਾਂਗੇ 3, ਠੀਕ ਹੈ। ਤਾਂ ਇਸ ਤਰ੍ਹਾਂ ਪਹਿਲਾ ਸਵਾਲ ਆਪਾਂ ਨੇ ਕਰਤਾ, ਠੀਕ ਹੈ। ਇਸ ਤਰ੍ਹਾਂ ਹੁਣ ਤੁਸੀਂ ਅਗਲੇ ਸਵਾਲ ਖੁਦ ਕਰਕੇ ਦੇਖਣੇ ਨੇ। ਤੇ ਜੇ ਜੋੜ ਹੈ ਤਾਂ ਜੋੜ ਕਰਨਾ ਸ਼ੁਰੂ ਕਰ ਦਿਓ, ਜੇ ਮਾਈਨਸ ਦੀ ਨਿਸ਼ਾਨੀ ਹੈ, ਮਾਈਨਸ ਦਾ ਚਿੰਨ੍ਹ ਹੈ, ਤਾਂ ਘਟਾ ਕਰਨਾ ਸ਼ੁਰੂ ਕਰ ਦਿਓ, ਠੀਕ ਹੈ। ਤਾਂ ਇਸ ਤੋਂ ਅਗਲਾ ਸਵਾਲ ਹੈ ਜਿਹੜਾ, ਉਹ ਸਵਾਲ ਦੇ ਵਿੱਚ ਕੀ ਹੈ, ਜਿੱਦਾਂ ਪਿਛਲੀ ਲੜੀ ਦੇ ਵਿੱਚ 2 ਸੰਖਿਆਵਾਂ ਤੇ ਆਪਰੇਸ਼ਨ ਕਰਨਾ ਸੀ, ਹੁਣ ਆਪਣੇ ਕੋਲ 3 ਸੰਖਿਆਵਾਂ ਨੇ ਔਰ ਤਿੰਨਾਂ ਦੇ ਵਿੱਚ ਚਿੰਨ੍ਹ ਵੱਖਰਾ ਵੱਖਰਾ ਦਿੱਤਾ ਹੋਇਆ। ਜਿੱਦਾਂ ਪਹਿਲਾ ਸਵਾਲ ਹੈ, ਇਸ ਦੇ ਵਿੱਚ ਹਾਂਜੀ ਪਹਿਲਾ ਸਵਾਲ ਕੀ ਹੈ, 1238 ਮਾਈਨਸ 1025 ਪਲੱਸ 5018। ਤਾਂ ਆਪਾਂ ਕੀ ਕਰਾਂਗੇ, 1238 ਨੂੰ ਉੱਪਰ ਲਿਖ ਲਾਂਗੇ ਤੇ 1025 ਨੂੰ ਇਸ ਦੇ ਨੀਚੇ ਲਿਖ ਲਾਂਗੇ ਔਰ ਮਾਈਨਸ ਦੀ ਨਿਸ਼ਾਨੀ ਪਾ ਕੇ ਪਹਿਲਾਂ ਇਹਦਾ ਮਾਈਨਸ ਕਰ ਦਾਂਗੇ। ਉਸ ਤੋਂ ਬਾਅਦ ਜੋ ਇਹਦਾ ਆਨਸਰ ਆ ਗਿਆ ਉਹਦੇ ਵਿੱਚ 5018 ਜੋੜ ਦਾਂਗੇ, ਠੀਕ ਹੈ। ਤਾਂ ਆਪਾਂ ਕੀ ਕਰੋ, ਪਹਿਲਾਂ ਇਹਦਾ ਮਾਈਨਸ ਕਰ ਲਓ। 8 ਚੋਂ 5 ਗਏ 3, 3 ਚੋਂ 2 ਗਏ 1, ਤਾਂ 1 ਚੋਂ 0 ਗਿਆ 2, ਠੀਕ ਹੈ। 1 ਚੋਂ 1 ਗਿਆ 0, ਠੀਕ ਹੈ। ਤਾਂ ਇਹ ਕੀ ਮਿਲ ਗਿਆ ਆਪਾਂ ਨੂੰ 213, ਠੀਕ ਹੈ। ਤਾਂ ਆਪਾਂ 213 ਨੂੰ ਉੱਪਰ ਲਿਖ ਲਓ, ਠੀਕ ਹੈ। ਤੇ ਦੂਸਰੀ ਰਕਮ ਹੈ ਜਿਹੜੀ 5018 ਉਹ ਇਸ ਦੇ ਨੀਚੇ ਲਿਖ ਦਿਓ, ਠੀਕ ਹੈ। ਤਾਂ ਇੱਥੇ ਆਪਾਂ ਕੀ ਕਰਾਂਗੇ, ਜੋੜ, ਕਿਉਂਕਿ ਅੱਗੇ ਜੋੜ ਦੀ ਨਿਸ਼ਾਨੀ ਹੈ ਨਾ। ਤਾਂ 3 ਤੇ 8 11 ਹਾਸਲ ਪੈ ਗਈ 1, ਠੀਕ ਹੈ। 1 2 3,
ਤਾਂ ਇੱਥੇ ਆਪਾਂ 3 ਲਿਖਾਂਗੇ। 2 ਦੇ ਵਿੱਚ 0 ਜੋੜਿਆ 2, ਠੀਕ ਹੈ। 5 ਉਸੇ ਤਰ੍ਹਾਂ ਹੀ ਨੀਚੇ ਆ ਗਿਆ, ਤਾਂ 5231 ਇਹਦਾ ਆਨਸਰ ਆ ਗਿਆ, ਠੀਕ ਹੈ। ਇਸ ਪੂਰੇ ਸਵਾਲ ਦਾ ਆਨਸਰ 5231 ਆ ਗਿਆ, ਠੀਕ ਹੈ। ਇਸ ਤਰ੍ਹਾਂ ਆਪਾਂ ਨੇ ਇਸ ਦਾ ਦੂਜਾ ਸਵਾਲ ਹੱਲ ਕਰਨਾ ਜੀ। ਦੂਜੇ ਸਵਾਲ ਦੇ ਵਿੱਚ ਵੀ A ਤੋਂ ਲੈ ਕੇ H ਤੱਕ ਸਵਾਲ ਨੇ, ਠੀਕ ਹੈ। ਇਹਨਾਂ ਦੀ ਨਿਸ਼ਾਨੀ ਤੁਸੀਂ ਦੇਖ ਲੈਣੀ ਹੈ ਤੇ ਉਸ ਤੋਂ ਬਾਅਦ ਇਸ ਨੂੰ ਕੀ ਹੈ ਹੱਲ ਕਰ ਲੈਣਾ, ਠੀਕ ਹੈ। ਜਿਵੇਂ ਆਪਰੇਸ਼ਨ ਕਰਨ ਦੇ ਲਈ ਕਿਹਾ ਉਹਨਾਂ ਨੇ ਉਸੇ ਤਰ੍ਹਾਂ ਆਪਾਂ ਅੱਗੇ ਚੱਲਦੇ ਜਾਵਾਂਗੇ, ਠੀਕ ਹੈ ਜੀ। ਤਾਂ ਇਹ ਸੀ ਆਪਣੀ ਅਭਿਆਸ 2.2। ਹੁਣ ਅਸੀਂ ਕਰਦੇ ਹਾਂ ਅਭਿਆਸ 2.3, ਠੀਕ ਹੈ। ਤਾਂ ਅਭਿਆਸ 2.3 ਦੇ ਵਿੱਚ ਕਰਨਾ ਕੀ ਹੈ ਜੀ, ਜਿੱਦਾਂ ਜਿੱਦਾਂ ਸਵਾਲ ਦੇ ਵਿੱਚ ਰਕਮ ਆਪਾਂ ਪੜਾਂਗੇ, ਠੀਕ ਹੈ, ਉਸੇ ਤਰ੍ਹਾਂ ਹੀ ਆਪਾਂ ਉਹਨੂੰ ਹੱਲ ਕਰਦੇ ਜਾਵਾਂਗੇ। ਜਿੱਦਾਂ ਪਹਿਲਾ ਸਵਾਲ ਹੈ ਤੁਹਾਡੀ ਸਕਰੀਨ ਤੇ ਆ ਰਿਹਾ ਹੈ, ਇਹਦਾ A ਸਵਾਲ, ਇਹਦੇ ਵਿੱਚ 2 ਸਵਾਲ ਨੇ, ਠੀਕ ਹੈ। ਇਹਦਾ A ਸਵਾਲ ਕੀ ਹੈ, 60,498, 31,292 ਅਤੇ 7,132 ਦਾ ਜੋੜ ਫਲ ਪਤਾ। ਸਿੰਪਲ ਜੋੜ ਕਰਨ ਦੇ ਲਈ ਕਹਤਾ, ਠੀਕ ਹੈ। ਰਕਮ ਨੂੰ ਲਿਖੋ ਅਤੇ ਇਹਦਾ ਜੋੜ ਕਰ ਦਿਓ। ਤੇ ਦੂਸਰਾ B ਸਵਾਲ ਹੈ 70,123 ਅਤੇ 40,268 ਦਾ ਅੰਤਰ ਪਤਾ ਕਰੋ। ਅੰਤਰ ਕੀ ਹੁੰਦਾ ਹੈ, ਘਟਾਓ, ਠੀਕ ਹੈ। ਤਾਂ ਇਹਦਾ ਘਟਾ ਕਰ ਦਿਆਂਗੇ, ਠੀਕ ਹੈ ਜੀ। ਹਾਂਜੀ, ਦੂਸਰਾ ਸਵਾਲ ਤੁਹਾਡੀ ਸਕਰੀਨ ਤੇ ਆ ਰਿਹਾ ਹੈ। ਦੂਸਰੇ ਸਵਾਲ ਦੇ ਵਿੱਚ ਕੀ ਹੈ, ਇੱਕ ਘਰ ਦੀ ਰਸੋਈ ਬਣਾਉਣ ਲਈ 27,020 ਇੱਟਾਂ ਦੀ ਅਤੇ ਕਮਰਾ ਬਣਾਉਣ ਦੇ ਲਈ 31,275 ਇੱਟਾਂ ਦੀ ਲੋੜ ਹੈ। ਘਰ ਦੀ ਰਸੋਈ ਅਤੇ ਕਮਰਾ ਬਣਾਉਣ ਲਈ ਕੁੱਲ ਕਿੰਨੀਆਂ ਇੱਟਾਂ ਦੀ ਲੋੜ ਹੋਵੇਗੀ, ਠੀਕ ਹੈ। ਲਓ ਜੀ, ਦੂਸਰਾ ਸਵਾਲ ਜਿਹੜਾ ਹੈਗਾ ਇਬਾਰਤ ਵਾਲਾ ਸਵਾਲ ਹੈ, ਠੀਕ ਹੈ। ਇਹਨੂੰ ਮੈਂ ਤੁਹਾਨੂੰ ਕਰਕੇ ਦਿਖਾ ਦਿੰਦਾ ਕਿ ਕਿਸ ਤਰ੍ਹਾਂ ਲਿਖਣਾ ਹੈ। ਤਾਂ ਇਸ ਤੋਂ ਅਗਲੇ ਸਵਾਲਾਂ ਦੀਆਂ ਰਕਮਾਂ ਜਿਹੜੀਆਂ ਪੜ੍ਹ ਕੇ ਮੈਂ ਤੁਹਾਨੂੰ ਦੱਸੂਗਾ ਵੀ ਉਹਦੇ ਵਿੱਚ ਕਰਨਾ ਕੀ ਹੈ, ਠੀਕ ਹੈ। ਤੇ ਤੁਸੀਂ ਕਰਨ ਦੀ ਖੁਦ ਕੋਸ਼ਿਸ਼ ਕਰਿਓ, ਠੀਕ ਹੈ। ਤਾਂ ਦੂਸਰਾ ਸਵਾਲ ਹੈ ਜਿਹੜਾ ਉਸ ਦੇ ਵਿੱਚ ਲਿਖਣਾ ਕੀ ਹੈ, ਪਹਿਲਾਂ ਤਾਂ ਆਪਾਂ ਨੇ ਇਹ ਦੇਖ ਲੈਣਾ ਹੈ, ਕਿਉਂਕਿ ਇਹਨਾਂ ਨੇ ਕਮਰਾ ਤੇ ਰਸੋਈ ਦੋਨਾਂ ਦੇ ਲਈ ਇੱਟਾਂ ਬਣਾਉਣ ਦੀ ਲੋੜ ਕੁੱਲ ਪੁੱਛ ਲਿਆ ਇਹਨਾਂ ਨੇ। ਜਦੋਂ ਕੁੱਲ ਪੁੱਛ ਲਿਆ ਤਾਂ ਆਪਾਂ ਨੇ ਇਹਦੇ ਵਿੱਚ ਜੋੜ ਕਰਨਾ, ਠੀਕ ਹੈ। ਲਿਖਣਾ ਕੀ ਹੈ, ਹਾਂਜੀ, ਪਹਿਲਾਂ ਕੀ ਲਿਖਾਂਗੇ ਆਪਾਂ, ਰਸੋਈ ਬਣਾਉਣ ਲਈ ਇੱਟਾਂ ਦੀ ਲੋੜ, ਰਸੋਈ ਬਣਾਉਣ ਲਈ ਇੱਟਾਂ ਦੀ ਲੋੜ, ਇੱਟਾਂ ਦੀ ਲੋੜ ਬਰਾਬਰ ਹੈ, ਕਿੰਨੀਆਂ ਇੱਟਾਂ ਦੀ ਲੋੜ ਆਪਾਂ ਨੂੰ, 27,020 ਇੱਟਾਂ ਦੀ, ਠੀਕ ਹੈ ਜੀ। 27,020 ਇੱਟਾਂ ਦੀ ਲੋੜ ਹੈ। ਤਾਂ ਉਹਦੇ ਨੀਚੇ ਲਿਖ ਲਓ ਕਮਰਾ ਬਣਾਉਣ ਲਈ ਇੱਟਾਂ ਦੀ ਲੋੜ, ਕਮਰਾ ਬਣਾਉਣ ਲਈ ਇੱਟਾਂ ਦੀ ਲੋੜ ਬਰਾਬਰ ਹੈ 31,275, ਠੀਕ ਹੈ। ਤਾਂ ਆਪਾਂ ਨੇ ਕਰਨਾ ਕੀ ਹੈ, ਕੁੱਲ ਇੱਟਾਂ ਦੱਸਣੀਆਂ ਨੇ, ਠੀਕ ਹੈ। ਤਾਂ ਕੁੱਲ ਇੱਟਾਂ ਉਹਦੇ ਨੀਚੇ ਲਿਖ ਲਓ ਤੇ ਇਹਦਾ ਜੋੜ ਕਰ ਦਿਓ, ਠੀਕ ਹੈ। ਕੁੱਲ ਇੱਟਾਂ ਬਰਾਬਰ ਹੈ, ਠੀਕ ਹੈ। ਤਾਂ ਇਹਦਾ ਜੋੜ ਕਰ ਦਾਂਗੇ ਤੇ ਜਦੋਂ ਇਹਨਾਂ ਦਾ ਜੋੜ ਕਰਾਂਗੇ ਆਪਾਂ ਤਾਂ ਇਹ ਆਪਾਂ ਨੂੰ ਪ੍ਰਾਪਤ ਹੋ ਜਾਊਗਾ ਜੀ 5, 7 ਤੇ 2 9, ਠੀਕ ਹੈ। 2 7 ਤੇ 1 8, 3 ਤੇ 2 5, 58,295 ਇੱਟਾਂ ਉੱਤਰ, ਇਹਦਾ ਆਨਸਰ ਲਿਖਾਂਗੇ, ਠੀਕ ਹੈ ਜੀ। ਇਸ ਤਰ੍ਹਾਂ ਆਪਾਂ ਇਹ ਸਵਾਲ ਦੂਸਰਾ ਸੀ ਇਹ, ਠੀਕ ਹੈ। ਦੂਸਰਾ ਸਵਾਲ ਕਰਿਆ ਤਾਂ ਇਸ ਤਰ੍ਹਾਂ ਇਹ ਸਵਾਲ ਲਿਖਣੇ ਹੈ, ਇਬਾਰਤ ਵਾਲੇ ਸਵਾਲ ਤੇ ਉਹਨਾਂ ਨੂੰ ਕਰਨਾ ਹੈ। ਜਿੱਦਾਂ ਤੀਸਰਾ ਸਵਾਲ ਤੁਹਾਡੀ ਸਕਰੀਨ ਤੇ ਆ ਰਿਹਾ ਹੈ। ਤੀਸਰੇ ਸਵਾਲ ਦੇ ਵਿੱਚ ਆਪਾਂ ਕੀ ਕਰਨਾ ਹੈ, ਸੁਰਜੀਤ ਕੋਲ 20,000 ਰੁਪਏ ਸਨ, ਉਸਨੇ 13,750 ਦੇ ਕੱਪੜੇ ਖਰੀਦ ਲਏ, ਉਸ ਕੋਲ ਕਿੰਨੀ ਰਕਮ ਬਾਕੀ ਰਹਿ ਗਈ। ਜਦੋਂ ਬਾਕੀ ਪੁੱਛ ਲਿਆ ਤਾਂ ਆਪਾਂ ਨੇ ਕੀ ਕਰਨਾ, ਘਟਾ ਕਰਨਾ। ਹੁਣ ਤੁਸੀਂ ਲਿਖਣਾ ਕਿਵੇਂ ਹੈ ਇਹ ਸਵਾਲ, ਇਸ ਦੇ ਵਿੱਚ ਲਿਖਣਾ ਹੈ ਸੁਰਜੀਤ ਕੋਲ ਕੁੱਲ ਰਕਮ ਸੀ 20,000 ਰੁਪਏ, ਕੱਪੜਿਆਂ ਤੇ ਖਰਚ ਕੀਤਾ 13,750 ਤੇ ਬਾਕੀ ਬਚੇ ਉਹਨਾਂ ਦਾ ਘਟਾ ਕਰ ਦੇਂਗੇ, ਠੀਕ ਹੈ ਜੀ। ਤਾਂ ਇਸ ਤੋਂ ਬਾਅਦ ਚੌਥਾ ਸਵਾਲ ਹੈ ਜੀ, ਤੁਹਾਡੀ ਸਕਰੀਨ ਤੇ ਆ ਰਿਹਾ ਹੈ। ਇੱਕ ਲਾਇਬ੍ਰੇਰੀ ਵਿੱਚ 30,155 ਪੁਸਤਕਾਂ ਪੰਜਾਬੀ ਦੀਆਂ, 28,653 ਪੁਸਤਕਾਂ ਗਣਿਤ ਦੀਆਂ ਅਤੇ 12,376 ਪੁਸਤਕਾਂ ਅੰਗਰੇਜ਼ੀ ਦੀਆਂ ਹਨ। ਲਾਇਬ੍ਰੇਰੀ ਵਿੱਚ ਕੁੱਲ ਕਿੰਨੀਆਂ ਪੁਸਤਕਾਂ ਹਨ। ਕੁੱਲ ਪੁੱਛ ਲਿਆ ਜੀ, ਜੋੜ ਕਰਨਾ ਹੈ। ਤੁਸੀਂ ਕੀ ਲਿਖਣਾ ਹੈ, ਪਹਿਲੀ ਲਾਈਨ ਦੇ ਵਿੱਚ ਲਿਖ ਦਿਓ ਪੰਜਾਬੀ ਦੀਆਂ ਪੁਸਤਕਾਂ ਬਰਾਬਰ ਹੈ ਇੰਨੀਆਂ, ਗਣਿਤ ਦੀਆਂ ਪੁਸਤਕਾਂ ਬਰਾਬਰ ਹੈ ਇੰਨੀਆਂ, ਅੰਗਰੇਜ਼ੀ ਦੀਆਂ ਪੁਸਤਕਾਂ ਬਰਾਬਰ ਹੈ ਇੰਨੀਆਂ। ਤਾਂ ਕੁੱਲ ਕਰਕੇ ਉਹਨਾਂ ਦਾ ਲਾਇਬ੍ਰੇਰੀ ਦੇ ਵਿੱਚ ਕੁੱਲ ਪੁਸਤਕਾਂ ਜੋੜ ਕਰ ਦਾਂਗੇ, ਠੀਕ ਹੈ ਜੀ। ਪੰਜਵਾਂ ਸਵਾਲ ਤੁਹਾਡੀ ਸਕਰੀਨ ਤੇ ਆ ਰਿਹਾ ਹੈ। ਦੋ ਸੰਖਿਆਵਾਂ ਦਾ ਜੋੜ
99000 ਹੈ। ਜੇਕਰ ਇੱਕ ਸੰਖਿਆ 25450 ਹੋਵੇ ਤਾਂ ਦੂਜੀ ਸੰਖਿਆ ਪਤਾ ਕਰੋ। ਦੋ ਸੰਖਿਆਵਾਂ ਦਾ ਜੋੜ ਦਿੱਤਾ, ਠੀਕ ਹੈ, ਤੇ ਉਹਨਾਂ ਦੇ ਵਿੱਚੋਂ ਆਪਾਂ ਨੂੰ ਇੱਕ ਸੰਖਿਆ ਦਿੱਤੀ, ਜਿਵੇਂ ਆਪਾਂ ਪਹਿਲਾਂ ਪੜਤਾਲ ਕੀਤੀ ਸੀ ਨਾ, ਇਹ ਉਸ ਤਰ੍ਹਾਂ ਦਾ ਸਵਾਲ ਹੀ ਹੈ ਲਗਭਗ। ਦੋ ਸੰਖਿਆਵਾਂ ਦਾ ਜਦੋਂ ਜੋੜ ਦਿੱਤਾ ਹੋਵੇ ਨਾ, ਤਾਂ ਜੋੜ ਦੇ ਵਿੱਚੋਂ ਜੇ ਆਪਾਂ ਇੱਕ ਸੰਖਿਆ ਘਟਾ ਦਈਏ ਤਾਂ ਸਾਨੂੰ ਦੂਜੀ ਸੰਖਿਆ ਪ੍ਰਾਪਤ ਹੋ ਜਾਂਦੀ ਹੁੰਦੀ ਹੈ। ਹਾਂਜੀ, ਤਾਂ ਆਪਾਂ ਕੀ ਕਰਾਂਗੇ, ਪਹਿਲਾਂ ਲਿਖ ਲਾਂਗੇ ਦੋ ਸੰਖਿਆਵਾਂ ਦਾ ਜੋੜ ਬਰਾਬਰ ਹੈ 99000, ਇੱਕ ਸੰਖਿਆ ਉਹਦੇ ਨੀਚੇ ਲਿਖ ਲਾਂਗੇ, ਠੀਕ ਹੈ, ਤੇ ਉਸ ਤੋਂ ਬਾਅਦ ਉਹਨਾਂ ਦਾ ਘਟਾ ਕਰ ਦਿਆਂਗੇ ਤਾਂ ਦੂਜੀ ਸੰਖਿਆ ਸਾਨੂੰ ਪ੍ਰਾਪਤ ਹੋ ਜਾਊਗੀ। ਇਸ ਤਰ੍ਹਾਂ ਤੁਸੀਂ ਪੰਜਵਾਂ ਸਵਾਲ ਕਰ ਲੈਣਾ, ਠੀਕ ਹੈ ਜੀ। ਇਸ ਤੋਂ ਬਾਅਦ ਤੁਹਾਡੀ ਸਕਰੀਨ ਤੇ ਆ ਰਿਹਾ ਹੈ ਛੇਵਾਂ ਸਵਾਲ। ਛੇਵੇਂ ਸਵਾਲ ਦੇ ਵਿੱਚ ਕੀ ਹੈ, ਸੰਖਿਆ 70429 ਵਿੱਚ ਕੀ ਜੋੜੀਏ ਕਿ ਜੋੜਫਲ 1 ਲੱਖ ਪ੍ਰਾਪਤ ਹੋਵੇ, ਠੀਕ ਹੈ ਨਾ। ਉਹਦੇ ਵਿੱਚ ਕੀ ਜੋੜੀਏ ਕਿ ਜੋੜਫਲ, ਫਿਰ ਉਹੀ ਸਵਾਲ ਪਹਿਲੇ ਦੇ ਸਵਾਲ ਦੇ ਨਾਲ ਦਾ ਦਿੱਤਾ ਇਹ, ਠੀਕ ਹੈ, ਵੀ ਜੋੜਫਲ ਆਪਾਂ ਨੂੰ ਦੇਤਾ ਤੇ ਇੱਕ ਸੰਖਿਆ ਦੇਤੀ, ਦੂਜੀ ਆਪਾਂ ਨੇ ਪਤਾ ਕਰਨੀ ਹੈ, ਤਾਂ ਆਪਾਂ ਲਿਖਾਂਗੇ ਕਿਵੇਂ ਇਹਨੂੰ। ਉੱਪਰ ਲਿਖ ਲਾਂਗੇ ਜੋੜਫਲ ਬਰਾਬਰ ਹੈ 1 ਲੱਖ, ਠੀਕ ਹੈ, ਦਿੱਤੀ ਸੰਖਿਆ ਬਰਾਬਰ ਹੈ 70429 ਤੇ ਘਟਾ ਕਰਕੇ, ਠੀਕ ਹੈ, ਉਹਦੇ ਨੀਚੇ ਲਿਖ ਦਾਂਗੇ ਜੋ ਜੋੜਿਆ ਜਾਏਗਾ, ਠੀਕ ਹੈ, ਜਿਹੜਾ ਵੀ ਉਹਦਾ ਉੱਤਰ ਆਏਗਾ ਨਾ ਉਹ ਆ ਜਾਊਗਾ ਜੋ ਜੋੜਿਆ ਜਾਵੇਗਾ, ਠੀਕ ਹੈ ਜੀ। ਇਸ ਤਰ੍ਹਾਂ ਇਹਨੂੰ ਤੁਸੀਂ ਹੱਲ ਕਰਕੇ ਦੇਖਣਾ। ਤੇ ਉਸ ਤੋਂ ਬਾਅਦ ਸੱਤਵਾਂ ਸਵਾਲ ਹੈ, ਉਹ ਸੰਖਿਆ ਪਤਾ ਕਰੋ ਜਿਹੜੀ A 36798 ਤੋਂ 7976 ਵੱਧ ਹੋਵੇ, ਜਿਹੜੀ 36798 ਦੇ ਵਿੱਚ 7976 ਜੋੜ ਦੇਣਾ ਹੈ। ਤੇ 20 ਸਵਾਲ ਹੈ 30067 ਤੋਂ 12967 ਘੱਟ ਹੋਵੇ, ਤਾਂ ਆਪਾਂ ਕੀ ਕਰਨਾ ਹੈ, ਇਹਦੇ ਵਿੱਚ 30067 ਦੇ ਵਿੱਚੋਂ 12967 ਹੈ ਜਿਹੜਾ ਘਟਾ ਦੇਣਾ ਹੈ, ਠੀਕ ਹੈ ਜੀ। ਇਸੇ ਤਰ੍ਹਾਂ ਹੀ 8ਵਾਂ ਸਵਾਲ ਹੁਣ ਆਪਾਂ ਕਰਦੇ ਹਾਂ, ਜੇਕਰ ਕੰਪਿਊਟਰ ਦਾ ਮੁੱਲ 15560 ਹੈ ਅਤੇ ਲੈਪਟਾਪ ਦਾ ਮੁੱਲ ਕੰਪਿਊਟਰ ਦੇ ਮੁੱਲ ਤੋਂ 9050 ਵੱਧ ਹੈ ਤਾਂ ਇਹ ਸਵਾਲ ਲੈਪਟਾਪ ਦਾ ਮੁੱਲ ਪਤਾ ਕਰੋ। ਤਾਂ ਆਪਾਂ ਕੀ ਕਰਾਂਗੇ, ਕੰਪਿਊਟਰ ਦਾ ਮੁੱਲ ਲੈਪਟਾਪ ਦੇ ਮੁੱਲ ਤੋਂ ਵੱਧ ਹੈ ਨਾ, ਠੀਕ ਹੈ, ਤਾਂ ਆਪਾਂ ਕੀ ਕਰਾਂਗੇ, ਕੰਪਿਊਟਰ ਦਾ ਮੁੱਲ ਉੱਪਰ ਲਿਖ ਲਾਂਗੇ, ਲੈਪਟਾਪ ਦਾ ਮੁੱਲ ਉਹਦੇ ਤੋਂ ਜਿੰਨਾ ਵੱਧ ਹੈ ਉਹ ਨੀਚੇ ਲਿਖ ਦਾਂਗੇ, ਠੀਕ ਹੈ, ਤੇ ਉਹਨਾਂ ਦੋਨਾਂ ਦਾ ਜੋੜ ਕਰ ਲਾਂਗੇ ਤਾਂ ਆਪਣੇ ਕੋਲ ਲੈਪਟਾਪ ਦਾ ਮੁੱਲ ਹੈ ਜਿਹੜਾ ਉਹ ਪ੍ਰਾਪਤ ਹੋ ਜਾਊਗਾ, ਠੀਕ ਹੈ। ਇਹ ਸਵਾਲ ਆਪਣਾ ਇਸ ਤਰ੍ਹਾਂ ਹੱਲ ਹੋ ਜਾਊਗਾ। ਉਸ ਤੋਂ ਬਾਅਦ 20 ਸਵਾਲ, ਕੰਪਿਊਟਰ ਅਤੇ ਲੈਪਟਾਪ ਦਾ ਕੁੱਲ ਮੁੱਲ ਪਤਾ ਕਰੋ। ਹੁਣ ਜਿਹੜਾ ਲੈਪਟਾਪ ਦਾ ਮੁੱਲ ਆਪਾਂ ਉੱਪਰ ਪਤਾ ਕਰ ਲਾਂਗੇ ਦੋਨਾਂ ਦਾ ਜੋੜ ਕਰਕੇ, ਠੀਕ ਹੈ, ਉਹ ਜੋੜ ਤੇ ਕੰਪਿਊਟਰ ਦਾ ਜਿਹੜਾ ਮੁੱਲ ਹੈ ਉਹ, ਇਹ ਦੋਨਾਂ ਨੂੰ ਲਿਖ ਲਾਂਗੇ ਤੇ ਉਹਨਾਂ ਦਾ ਜੋੜ ਕਰ ਦਾਂਗੇ। ਇਸ ਤਰ੍ਹਾਂ ਆਪਣੇ ਕੋਲ ਕੁੱਲ ਮੁੱਲ ਪ੍ਰਾਪਤ ਹੋ ਜਾਊਗਾ, ਠੀਕ ਹੈ ਜੀ। ਉਸ ਤੋਂ ਬਾਅਦ ਸਵਾਲ 9ਵਾਂ ਤੁਹਾਡੀ ਸਕਰੀਨ ਤੇ ਆ ਰਿਹਾ ਹੈ, ਪੜ੍ਹੋ ਇਹਨੂੰ। ਅੰਕ 9 3 4 0 7 ਦੀ ਵਰਤੋਂ ਕਰਦੇ ਹੋਏ 5 ਅੰਕਾਂ ਦੀ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਪਤਾ ਕਰੋ, ਇਹਨਾਂ ਦਾ ਅੰਤਰ ਵੀ ਪਤਾ ਕਰੋ, ਠੀਕ। ਬੇਟਾ ਪਿਛਲੀ ਲੜੀ ਦੇ ਵਿੱਚ ਨਾ ਅਭਿਆਸ 1.3 ਦੇ ਵਿੱਚ ਆਪਾਂ ਸੇਮ ਇਦਾਂ ਦੇ ਸਵਾਲ ਕਰਦੇ ਰਹੇ ਹਾਂ ਵੀ 5 ਅੰਕਾਂ ਤੋਂ ਵੱਡੀ ਸੰਖਿਆ ਕਿਵੇਂ ਬਣਾਉਣੀ ਹੈ, ਵੱਖ-ਵੱਖ ਦੇ ਅੰਕਾਂ ਤੋਂ, ਤੇ ਛੋਟੀ ਤੋਂ ਛੋਟੀ ਸੰਖਿਆ ਕਿਵੇਂ ਬਣਾਉਣੀ ਹੈ। ਜੇਕਰ ਤੁਸੀਂ ਉਹ ਵੀਡੀਓ ਨਹੀਂ ਦੇਖੀ, ਠੀਕ ਹੈ, ਤਾਂ ਪਹਿਲਾਂ ਉਹ ਵੀਡੀਓ ਦੇਖੋ ਜ਼ਰੂਰ, ਠੀਕ ਹੈ, ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਵੱਡੀ ਤੋਂ ਵੱਡੀ ਸੰਖਿਆ ਕਿਵੇਂ ਬਣੇਗੀ ਤੇ ਛੋਟੀ ਤੋਂ ਛੋਟੀ ਸੰਖਿਆ ਕਿਵੇਂ ਬਣੇਗੀ। ਤਾਂ ਤੁਸੀਂ 5 ਅੰਕਾਂ ਦੀ ਇਹਨਾਂ ਅੰਕਾਂ ਤੋਂ ਪਹਿਲਾਂ ਵੱਡੀ ਤੋਂ ਵੱਡੀ ਸੰਖਿਆ ਬਣਾਉਣੀ ਹੈ, ਫਿਰ ਛੋਟੀ ਤੋਂ ਛੋਟੀ ਸੰਖਿਆ ਬਣਾਉਣੀ ਹੈ, ਫਿਰ ਉਹਨਾਂ ਦੋਨਾਂ ਦਾ ਕੀ ਕਰ ਦੇਣਾ, ਅੰਤਰ ਕਰ ਦੇਣਾ, ਇਹਦੇ ਵਿੱਚ ਘਟਾ ਕਰ ਦੇਣਾ, ਠੀਕ ਹੈ ਜੀ। 10ਵਾਂ ਸਵਾਲ ਤੁਹਾਡੀ ਸਕਰੀਨ ਤੇ ਆ ਰਿਹਾ, 4 ਅੰਕਾਂ ਦੀ 3 ਅੰਕਾਂ ਦੀ ਅਤੇ 2 ਅੰਕਾਂ ਦੀਆਂ ਵੱਡੀ ਤੋਂ ਵੱਡੀ ਸੰਖਿਆ ਦਾ ਜੋੜਫਲ ਪਤਾ ਕਰੋ, ਠੀਕ ਹੈ। ਹੁਣ 4 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਕੀ ਹੁੰਦੀ ਹੈ, 4 9, ਠੀਕ ਹੈ। 3 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਕੀ ਹੁੰਦੀ ਹੈ, 3 9, ਠੀਕ ਹੈ। 2 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਕੀ ਹੁੰਦੀ ਹੈ, ਦੋਨੋਂ 9, ਠੀਕ ਹੈ। ਤਾਂ ਸਾਰਿਆਂ ਦਾ ਆਪਾਂ ਕੀ ਕਰ ਦਾਂਗੇ, ਜੋੜ ਕਰ ਦਾਂਗੇ, ਠੀਕ ਹੈ। ਲਿਖਣਾ ਕਿਵੇਂ ਹੈ, ਉਸੇ ਤਰ੍ਹਾਂ ਹੀ ਲਿਖ ਲਓ। 4 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਬਰਾਬਰ ਹੈ 9999, ਠੀਕ ਹੈ। ਇਸੇ ਤਰ੍ਹਾਂ ਹੀ ਆਪਾਂ ਲਿਖਾਂਗੇ 3 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਬਰਾਬਰ ਹੈ 999, ਠੀਕ ਹੈ। ਉਸ ਤੋਂ ਬਾਅਦ ਆਪਾਂ ਲਿਖਾਂਗੇ 2 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਬਰਾਬਰ ਹੈ 99, ਠੀਕ ਹੈ। ਉਸ ਤੋਂ ਬਾਅਦ ਕਰਨ ਦੇ ਲਈ ਆਪਾਂ ਨੂੰ ਕੀ ਕਿਹਾ ਹੈ, ਤਿੰਨਾਂ ਦਾ ਜੋੜ, ਠੀਕ ਹੈ। ਤਾਂ ਜਿੰਨਾਂ ਦਾ ਜੋੜ ਤੁਸੀਂ ਖੁਦ ਕਰਕੇ ਦੇਖਣਾ ਵੀ ਇਹਦਾ ਉਹ ਸੰਖਿਆਵਾਂ ਦਾ ਜੋੜਫਲ, ਇੱਥੇ ਜੋੜਫਲ ਲਿਖ ਦਾਂਗੇ ਆਪਾਂ, ਠੀਕ ਹੈ, ਜੋੜਫਲ, ਠੀਕ ਹੈ। ਇਸ ਤਰ੍ਹਾਂ ਆਪਾਂ ਜੋੜਫਲ ਹੈ ਜਿਹੜਾ ਇਹਦਾ ਪ੍ਰਾਪਤ ਕਰ ਲਾਂਗੇ। ਜੋੜਫਲ ਤੁਸੀਂ ਹੁਣ ਖੁਦ ਕਰਕੇ ਦੇਖਣਾ ਬੇਟਾ, ਠੀਕ ਹੈ। ਨੈਕਸਟ, ਹਾਂਜੀ ਤੁਹਾਡੀ ਸਕਰੀਨ ਤੇ ਅਗਲਾ ਸਵਾਲ ਆ ਰਿਹਾ ਹੈ, 11ਵਾਂ ਸਵਾਲ।
ਤੇ 12ਵਾਂ ਸਵਾਲ ਦੋਨੇ ਆ ਰਹੇ ਨੇ ਹਨਾ। ਠੀਕ ਹੈ, ਤਾਂ ਆਪਾਂ 11ਵੇਂ ਸਵਾਲ ਦੇ ਵਿੱਚ ਆਪਾਂ ਕੀ ਕਰਾਂਗੇ, ਸੰਖਿਆ 96074 ਵਿੱਚ 6 ਦੇ ਸਥਾਨਕ ਮੁੱਲ ਅਤੇ 7 ਦੇ ਸਥਾਨਕ ਮੁੱਲ ਦਾ ਅੰਤਰ ਪਤਾ ਕਰੋ। ਠੀਕ ਹੈ, ਪਹਿਲਾਂ ਤਾਂ ਆਪਾਂ 6 ਤੇ 7 ਦਾ ਸਥਾਨਕ ਮੁੱਲ ਹੈ ਜਿਹੜਾ, ਠੀਕ ਹੈ, ਉਹ ਇਹਦੇ ਵਿੱਚੋਂ ਬਾਹਰ ਕੱਢ ਲਾਂਗੇ। 6 ਦਾ ਸਥਾਨਕ ਮੁੱਲ ਬਰਾਬਰ ਹੈ, ਹਾਂਜੀ 6 ਦਾ ਸਥਾਨਕ ਮੁੱਲ ਕੀ ਹੈ ਇਹਦੇ ਵਿੱਚ, ਤੁਸੀਂ ਦੇਖੋ ਸੰਖਿਆ ਆਪਣੇ ਕੋਲ ਕੀ ਦਿੱਤੀ ਹੋਈ ਹੈ 96074 96074। ਤਾਂ ਇਹਦੇ ਵਿੱਚ 6 ਹੈ ਜਿਹੜਾ 1000 ਦੇ ਸਥਾਨ ਤੇ ਹੈ ਨਾ, ਇਹਦਾ ਮਤਲਬ 6000 ਇਹਦਾ ਸਥਾਨਕ ਮੁੱਲ ਹੋ ਗਿਆ। ਠੀਕ ਹੈ ਜੀ, ਤਾਂ ਉਸ ਤੋਂ ਬਾਅਦ ਆਪਾਂ ਨੇ ਲਿਖਣਾ ਹੈ 7 ਦਾ ਸਥਾਨਕ ਮੁੱਲ। 7 ਦਾ ਸਥਾਨਕ ਮੁੱਲ ਬਰਾਬਰ ਹੈ, 7 ਦਾ ਸਥਾਨਕ ਮੁੱਲ ਕੀ ਹੈ 70। ਠੀਕ ਹੈ, ਤਾਂ ਇੱਥੇ ਆਪਾਂ 70 ਲਿਖ ਦਾਂਗੇ। ਉਸ ਤੋਂ ਬਾਅਦ ਕਰਨ ਦੇ ਲਈ ਕੀ ਆਪਾਂ ਨੂੰ ਇਹਨਾਂ ਦਾ ਅੰਤਰ, ਤਾਂ ਇਹਨਾਂ ਦਾ ਅੰਤਰ ਹੈ ਜਿਹੜਾ, ਠੀਕ ਹੈ, ਉਹ ਆਪਾਂ ਇੱਥੋਂ ਲਿਖ ਦਾਂਗੇ, ਇਹਨਾਂ ਦਾ ਘਟਾ ਕਰਕੇ ਲਿਖ ਦਾਂਗੇ। ਠੀਕ ਹੈ, ਵੀ ਇਹਨਾਂ ਦੇ ਵਿੱਚੋਂ 70 ਕਿਵੇਂ ਘਟਦਾ, ਜਿਵੇਂ ਇਹਦੇ ਵਿੱਚੋਂ 0, ਠੀਕ ਹੈ, ਇਹਨੇ ਇਹ ਚੋਂ ਅਸਲ ਲਈ, ਇਹਨੇ ਇਹ ਚੋਂ ਅਸਲ ਲਈ। ਠੀਕ ਹੈ, ਪਹਿਲਾਂ ਇਹਨੂੰ 5 ਬਣਾਤਾ, ਤਾਂ ਇਹ ਆਪ 9 ਰਹਿ ਗਿਆ, ਤੇ ਇਹਨੂੰ ਜਾ ਕੇ 10 ਬਣਾਇਆ, 10 ਚੋਂ 7 ਗਏ 3। ਠੀਕ ਹੈ, ਤਾਂ ਉੱਪਰੋਂ 9 ਉੱਪਰੋਂ 5। ਠੀਕ ਹੈ, ਤਾਂ ਇਹਦਾ ਆਨਸਰ ਆ ਗਿਆ ਜੀ 5930। ਠੀਕ ਹੈ, ਇਸ ਤਰ੍ਹਾਂ ਇਹ ਸਵਾਲ ਸੀ ਜਿਹੜਾ 11ਵਾਂ ਆਪਾਂ ਨੇ ਕਰਨਾ ਸੀ। ਇਸ ਤੋਂ ਅੱਗੇ 12ਵਾਂ ਸਵਾਲ ਜਿਹੜਾ ਤੁਹਾਡੀ ਸਕਰੀਨ ਤੇ ਆ ਰਿਹਾ, 6 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਵਿੱਚੋਂ 45555 ਨੂੰ ਘਟਾਓ। 6 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਮਤਲਬ 1 ਲੱਖ ਤੁਸੀਂ ਲਿਖ ਲਓ, ਉਹਦੇ ਵਿੱਚੋਂ 45555 ਜਿਹੜਾ ਉਹ ਘਟਾ ਦਿਓ, ਅੰਤਰ ਪਤਾ ਲੱਗ ਜਾਏਗਾ। 13ਵਾਂ ਸਵਾਲ, ਸਤਨਾਮ ਕੋਲ 8765 ਰੁਪਏ ਸਨ, ਉਸਦੇ ਮਾਮਾ ਜੀ ਨੇ ਉਸ ਨੂੰ 2500 ਹੋਰ ਦਿੱਤੇ। ਫਿਰ ਸਤਨਾਮ ਨੇ ਆਪਣੇ ਕੁੱਲ ਰੁਪਇਆਂ ਵਿੱਚੋਂ ਆਪਣੀ ਭੈਣ ਨੂੰ 4770 ਦੇ ਦਿੱਤੇ। ਹੁਣ ਉਸ ਕੋਲ ਕਿੰਨੇ ਰੁਪਏ ਬਾਕੀ ਬਚੇ। ਠੀਕ ਹੈ, ਪਹਿਲਾਂ ਤਾਂ ਤੁਸੀਂ ਕੀ ਕਰੋ, ਸਤਨਾਮ ਕੋਲ ਰਕਮ ਸੀ ਇਹ ਲਿਖ ਕੇ, ਸਤਨਾਮ ਕੋਲ ਰਕਮ ਸੀ ਬਰਾਬਰ ਹੈ 8765। ਉਹਦੇ ਨੀਚੇ ਲਿਖੋਗੇ ਉਸਦੇ ਮਾਮਾ ਜੀ ਨੇ ਦਿੱਤੇ ਬਰਾਬਰ ਹੈ 2500। ਠੀਕ ਹੈ, ਤਾਂ ਕੁੱਲ ਰਕਮ ਹੁਣ ਦੋਨਾਂ ਦਾ ਜੋੜ ਕਰ ਦਿਆਂਗੇ। ਉਸ ਤੋਂ ਬਾਅਦ ਉਹਦੇ 'ਚ ਹੋਇਆ ਕੀ ਹੈ, ਸਤਨਾਮ ਨੇ ਆਪਣੀ ਭੈਣ ਨੂੰ ਕੁਝ ਰੁਪਏ ਉਹਦੇ ਵਿੱਚੋਂ ਦੇਤੇ। ਠੀਕ ਹੈ, ਤਾਂ ਕਿੰਨੇ ਦੇਤੇ ਸੀਗੇ 4770, ਯਾਨੀ 4770 ਰੁਪਏ ਦੇਤੇ ਸੀ। ਤਾਂ ਜਿਹੜਾ ਉਹਨਾਂ ਦੋਨਾਂ ਰਕਮਾਂ ਦਾ ਜੋੜ ਸੀ, ਠੀਕ ਹੈ, ਕੁੱਲ ਰਕਮ ਸੀ, ਉਹਦੇ ਵਿੱਚੋਂ 4770 ਨੂੰ ਆਪਾਂ ਘਟਾ ਦਾਂਗੇ, ਬਾਕੀ ਬਚ ਜਾਣਗੇ। ਇਹ ਸੀ ਸਵਾਲ ਜੀ, ਇਹ ਆਪਣੇ ਆਪ ਕਰਕੇ ਦੇਖਣਾ ਹੈ। ਠੀਕ ਹੈ, 14ਵਾਂ ਸਵਾਲ, ਮਨਦੀਪ ਕੋਲ 10000 ਰੁਪਏ ਸਨ, ਉਸਨੇ ਬਾਜ਼ਾਰ ਵਿੱਚੋਂ 1050 ਰੁਪਏ ਦਾ ਬੂਟਾਂ ਦਾ ਜੋੜਾ ਅਤੇ 3600 ਰੁਪਏ ਦਾ ਇੱਕ ਕੋਟ ਪੈਂਟ ਖਰੀਦਿਆ। ਠੀਕ ਹੈ, ਉਸ ਕੋਲ ਕੁੱਲ ਕਿੰਨੇ ਰੁਪਏ ਬਾਕੀ ਬਚੇ। ਆਪਾਂ ਕੀ ਕਰਾਂਗੇ, ਆਪਾਂ ਪਹਿਲਾਂ ਤਾਂ ਖਰਚਾ ਦੇਖਾਂਗੇ ਉਹਨਾਂ ਦਾ। ਠੀਕ ਹੈ, ਵੀ ਉਹਨਾਂ ਨੇ ਬੂਟ ਦੇ ਜੋੜੇ ਤੇ ਮੁੱਲ, ਬੂਟਾਂ ਦੇ ਜੋੜੇ ਦਾ ਮੁੱਲ ਕਿੰਨਾ ਹੈ, ਕੋਟ ਪੈਂਟ ਦਾ ਮੁੱਲ ਕਿੰਨਾ ਹੈ। ਠੀਕ ਹੈ, ਉਹਨਾਂ ਦੋਨਾਂ ਦਾ ਜੋੜ ਕਰ ਦਾਂਗੇ। ਤਾਂ ਮਨਦੀਪ ਕੋਲ ਕੁੱਲ ਰਕਮ ਕਿੰਨੀ ਹੈ, ਉਹਦੇ ਵਿੱਚੋਂ ਜਿਹੜੀ ਰਕਮ ਉਹਨੇ ਖਰਚਤੀ ਉਹ ਘਟਾ ਦਿਆਂਗੇ, ਐਂਡ ਤੇ ਉਹਦਾ ਬਾਕੀ ਬਚਿਆ ਜਿਹੜਾ ਉਹ ਤੁਹਾਡੇ ਸਾਹਮਣੇ ਆ ਜਾਏਗਾ। ਠੀਕ ਹੈ ਜੀ, 15ਵਾਂ ਸਵਾਲ, ਸੰਦੀਪ ਦੇ ਬੈਂਕ ਖਾਤੇ ਵਿੱਚ 78500 ਰੁਪਏ ਹਨ, ਉਹ ਆਪਣੇ ਬੈਂਕ ਖਾਤੇ ਵਿੱਚ ਕਿੰਨੇ ਰੁਪਏ ਹੋਰ ਜਮ੍ਹਾਂ ਕਰਵਾਵੇ ਕਿ ਉਸਦੇ ਖਾਤੇ ਵਿੱਚ 1 ਲੱਖ ਪੂਰੇ ਹੋ ਜਾਣ। ਠੀਕ ਹੈ, ਆਪਾਂ ਨੂੰ ਉਹਦੇ ਖਾਤੇ ਦੇ ਵਿੱਚ 1 ਲੱਖ ਪੂਰੇ ਕਰਨੇ ਨੇ, ਉਹਦੇ ਕੋਲ ਕੁਝ ਰਕਮ ਹੈਗੀ ਹੈ, ਆਪਾਂ ਨੇ ਇਹ ਦੇਖਣਾ ਵੀ ਕਿੰਨੇ ਹੋਰ ਜੋੜੇ। ਠੀਕ ਹੈ, ਤਾਂ ਕਿੰਨੇ ਹੋਰ ਜੋੜੇ ਦੇ ਲਈ ਕੁੱਲ ਰਕਮ ਦੇ ਵਿੱਚੋਂ ਜਿਹੜੇ ਜਮ੍ਹਾਂ ਨੇ ਉਹ ਘਟਾ ਦਿਓ ਜੀ। ਠੀਕ ਹੈ, ਬਾਕੀ ਤੁਹਾਡੇ ਕੋਲ ਹੋਰ ਜਮ੍ਹਾਂ ਕਰਵਾਉਣ ਯੋਗ ਰਕਮ ਆ ਜਾਊਗੀ। ਠੀਕ ਹੈ, 16ਵਾਂ ਸਵਾਲ, ਇਹ ਲਾਸਟ ਸਵਾਲ ਹੈ ਇਸ ਲੜੀ ਦਾ। ਇੱਕ ਆਦਮੀ ਪਹਿਲੇ ਦਿਨ ਪਠਾਨਕੋਟ ਤੋਂ ਕਸ਼ਮੀਰ ਤੱਕ 165 ਕਿਲੋਮੀਟਰ ਕਾਰ ਚਲਾਉਂਦਾ ਹੈ। ਅਗਲੇ ਦਿਨ ਉਹ ਆਦਮੀ ਕਸ਼ਮੀਰ ਤੋਂ ਲੇਹ ਤੱਕ 138 ਕਿਲੋਮੀਟਰ ਕਾਰ ਚਲਾਉਂਦਾ ਹੈ। ਉਸ ਆਦਮੀ ਨੇ 2 ਦਿਨਾਂ ਵਿੱਚ ਕੁੱਲ ਕਿੰਨੀ ਦੂਰੀ ਤੈਅ ਕੀਤੀ। ਬਿਲਕੁਲ ਸਿੰਪਲ ਸਵਾਲ ਹੈ। ਪਹਿਲੇ ਦਿਨ ਤੈਅ ਕੀਤੀ ਦੂਰੀ 165 ਕਿਲੋਮੀਟਰ, ਦੂਜੇ ਦਿਨ ਤੈਅ ਕੀਤੀ ਦੂਰੀ 138 ਕਿਲੋਮੀਟਰ, 2 ਦਿਨਾਂ ਵਿੱਚ ਤੈਅ ਕੀਤੀ ਦੂਰੀ ਬਰਾਬਰ ਹੈ। ਉਹ ਦੋਨਾਂ ਦਾ ਆਪਾਂ ਜੋੜ ਕਰਕੇ ਦੇਖ ਲਾਂਗੇ, ਜੋ ਵੀ ਉਹਨਾਂ ਦਾ ਜੋੜ ਆਊਗਾ ਉਹ ਉਹਦਾ ਉੱਤਰ ਆ ਜਾਊਗਾ। ਤਾਂ ਇਹ ਸੀ ਆਪਣੀ ਜੀ 2.3 ਲੜੀ। ਠੀਕ ਹੈ, ਇਸ ਤੋਂ ਅਗਲੀਆਂ ਲੜੀਆਂ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ। ਬੇਟਾ ਪਿਛਲੀਆਂ ਵੀਡੀਓਜ਼ ਜ਼ਰੂਰ ਦੇਖਿਆ ਕਰੋ ਤਾਂ ਕਿ ਤੁਹਾਨੂੰ ਪਿਛਲੇ ਸਵਾਲ ਵੀ ਆਉਂਦੇ ਰਹਿਣ। ਠੀਕ ਹੈ, ਤਾਂ ਅੱਜ ਦੇ ਲਈ ਇੰਨਾ ਹੀ, ਫਿਰ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਧੰਨਵਾਦ।